ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਿਹ ਪ੍ਰਕਾਰ ਨਹਿ ਰਿਝੋ ਆਪੋ, ਕਰੋ ਭਗਤ ਭਿਖ ਕੈ ਦੁਖ ਕਾਪੋ। ਕਿਹ ਪ੍ਰਕਾਰ ਨਹਿ ਰਿਝੋ ਆਪੋ, ਕਰੋ ਭਗਤ ਭਿਖ ਕੈ ਦੁਖ ਕਾਪੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਿਰ ਗੁਰ ਕੋ ਜਾਸਾ ਕਰ ਰੂਪ, ਉਜਾਗਰ ਸਭ ਲੋਕਨ ਮਾਓ। ਮੈਂ ਤਰਨ ਜਿਉ ਤੁਲਹਾ ਕਰਕੇ, ਨਿਜ ਬੁੱਧ ਤੇ ਪਾਰ ਪਰੇਵਾ ਬਚਾਓ। ਹੋਏ ਅਸੀਂ ਜਗ ਮੈਂ ਅਧਿਕਾਏ, ਤਉ ਮਨ ਮੈਂ ਅਤਿਸ਼ੈ ਉਤਸਾਓ। ਓਚ ਤਰੋ ਜਿਉ ਲਗ ਫਲ ਸੁੰਦਰ, ਬਾਵਨ ਹਾਥ ਪਸਾਰਤ ਤਾਓ। ਏਕ ਓੰਕਾਰਾ ਸਤਿਗੁਰ ਤਿਹ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਨਾਰਦ ਸਿੰਘ ਨੇ ਐਸਾ ਆਪਣਾ ਬੜਾ ਹੀ ਭਿਆਨਕ ਰੂਪ ਧਾਰਨ ਕਰ ਲਿਆ ਸੀ, ਦੇ ਕਰਕੇ ਵੱਡੇ ਵੱਡੇ ਦੇਵਤੇ ਮਨ ਦੇ ਵਿੱਚ ਬੜੇ ਹੈਰਾਨ ਹੋ ਗਏ ਹਨ। ਉਸ ਟਾਈਮ 'ਤੇ ਨਰਸਿੰਘ ਦਾ ਜਿਹੜਾ ਇਤਨਾ ਤੇਜ ਪ੍ਰਤਾਪ ਧਰਤੀ ਨੂੰ ਵੀ ਝੱਲਣਾ ਬੜਾ ਔਖਾ ਹੋ ਗਿਆ। ਜਦੋਂ ਵੱਡੇ ਵੱਡੇ ਲੈ ਸਵਾਸ ਸਮੁੰਦਰ ਦੇ ਵਿੱਚ ਵੀ ਵੱਡੀਆਂ ਵੱਡੀਆਂ ਜਿਹੜੀਆਂ ਲਹਿਰਾਂ, ਵੱਡੇ ਵੱਡੇ ਤੂਫਾਨ ਪੈਦਾ ਹੋਣ ਲੱਗ ਪਏ ਸਨ, ਪਰ ਡਰਦਾ ਮਾਰਾ ਨੇੜੇ ਕੋਈ ਨਹੀਂ ਜਾਂਦਾ। ਪਹਿਲਾਂ ਨਰਸਿੰਘ ਨੇ ਆਪਣੇ ਤਿੱਖੇ ਤਿੱਖੇ ਨਹੁੰਆਂ ਦੇ ਨਾਲ ਹਰਨਾਕਸ ਦੋਸ਼ਟਹਾਰ ਮਾਰਿਆ, ਪ੍ਰਹਲਾਦ ਤਰਾਇਆ। ਉਹਦਾ ਜਿਹੜਾ ਆਪਣੇ ਨਹੁੰਆਂ ਦੇ ਨਾਲ ਹੀ ਅੰਤ ਕਰ ਦਿੱਤਾ। ਜਿਹੜੇ ਬਰਮਾ ਜੀ ਦੇ ਕੋਲੋਂ ਪ੍ਰਾਪਤ ਕੀਤੇ ਹੋਏ ਭਾਰੋ ਵੀ ਪੂਰੇ ਕਰ ਦਿੱਤੇ ਸਾਰਿਆਂ ਦੇ ਸਾਹਮਣੇ। ਉਸ ਸਮੇਂ ਜਿਹੜੇ ਸੀ ਵੱਡੇ ਵੱਡੇ ਦੇਵਤੇ ਬਰਮਾ ਜੀ ਹੋਏ, ਉਹ ਜਿਹੜਾ 33 ਕਰੋੜ ਦੇਵਤੇ ਦਾ ਮਾਲਕ ਪਿਤਰ ਰਿਖ ਸਿੱਧ ਵੀ ਔਰ ਕਿੰਨਰ ਵੀ ਗੰਧਰਵ ਵੀ ਕੁਬੇਰ, ਇਹ ਕਹਿਣ ਲੱਗੇ ਲక్ష్ਮੀ ਨੂੰ ਵੀ ਤੂੰ ਤਾਂ ਹਰ ਵਕਤ ਭਗਵਾਨ ਦੇ ਚਰਨਾਂ 'ਚ ਰਹਿਣ ਵਾਲੀ ਹੈ, ਜਾ ਕਰਕੇ ਜਿਹੜਾ ਬੜਾ
ਰੁਦਰ ਔਰ ਡਰਾਉਣਾ ਰੂਪ ਧਾਰਨ ਕੀਤਾ ਹੈ ਨਾ ਨਾਰਦ ਸਿੰਘ ਜੀ ਨੇ, ਤੂੰ ਇਹਨੂੰ ਸ਼ਾਂਤ ਕਰਵਾ ਸਕਦੀ ਹੈ। ਪਰ ਉਸ ਸਮੇਂ ਲక్ష్ਮੀ ਜੀ ਨੇ ਜਵਾਬ ਦੇ ਦਿੱਤਾ ਵੀ ਇਤਨਾ ਤੇ ਤਾਂ ਮੈਨੂੰ ਵੀ ਬੜਾ ਚੱਲਣਾ ਔਖਾ ਹੋ ਜੂ, ਕਦੇ ਵੀ ਐਸਾ ਭਿਆਨਕ ਰੂਪ ਮੈਂ ਦੇਖਿਆ ਹੀ ਨਹੀਂ। ਭਗਵਾਨ ਜੀ ਦਾ ਕਿਤਨਾ ਟਾਈਮ ਹੋ ਗਿਆ ਚਰਨਾਂ ਦੇ ਵਿੱਚ ਆਨੰਦ ਮਾਣਦਿਆਂ ਹੋਇਆਂ ਨੂੰ। ਉਸ ਸਮੇਂ ਅਖੀਰ ਨੂੰ ਸੋਚਿਆ ਵੀ ਭਗਵਾਨ ਜੀ ਨੂੰ ਤਾਂ ਹੁਣ ਭਗਤ ਪ੍ਰਹਿਲਾਦ ਜੀ ਸ਼ਾਂਤ ਕਰ ਸਕਦੇ ਹਨ, ਜਿਨ੍ਹਾਂ ਦੀ ਰੱਖਿਆ ਕਰਨ ਦੇ ਲਈ ਥੰਮ ਪਾੜ ਹਰ ਆਪ ਦਿਖਾਇਆ। ਪ੍ਰਭ ਥੰਮ ਤੇ ਨਿਕਸੇ ਗਏ ਵਿਸਥਾਰ। ਵਿਸ਼ਨੂੰ ਭਗਵਾਨ ਜੀ ਨੇ ਆਪਣੀ ਮੌਤ ਦੇ ਵਿੱਚ ਇੱਕ ਬਹੁਤ ਵੱਡੇ ਥੰਮ ਦੇ ਵਿੱਚੋਂ ਹੀ ਅਵਤਾਰ ਧਾਰਨ ਕਰ ਲਿਆ, ਜਿਹੜੇ ਬਰਮਾ ਜੀ ਦੇ ਪੈਦਾ ਹੋਏ ਕੀਤੇ ਹੋਏ ਜੀਵ ਚਾਰੇ ਖਾਣੀਆਂ 'ਚ ਉਹ ਵੀ ਬੜੇ ਵਿਆਕਲ ਹੋਣ ਲੱਗ ਪਏ, ਕੀਤਾ ਕੀ ਜਾਏ। ਪਰ ਨਾਰਦ ਸਿੰਘ ਨੇ ਆਪਣਾ ਜਿਹੜਾ ਸਰੂਪ ਉਹ ਵੀ ਬਹੁਤ ਵੱਡਾ ਵਧਾਇਆ ਹੋਇਆ। ਜਿਵੇਂ ਹੁੰਦਾ ਹੈ ਜੇਠ ਦੇ ਮਹੀਨੇ ਦੇ ਵਿੱਚ ਤਪਦਾ ਹੋਇਆ ਸੂਰਜ, ਉਸ ਸਮੇਂ ਕੋਈ ਵੀ ਪ੍ਰਾਣੀ ਜਿਹੜਾ ਸੂਰਜ ਦੀਆਂ ਕਿਰਨਾਂ ਦੇ ਵੱਲ ਚੰਗੀ ਤਰ੍ਹਾਂ ਅੱਖ ਖੋਲ੍ਹ ਕੇ ਦੇਖ ਨਹੀਂ ਸਕਦਾ, ਕਿਰਨਾਂ ਹੁੰਦੀਆਂ ਹੀ ਇਤਨੀਆਂ ਤੇਜ਼ ਨੇ ਨਾ, ਅੱਖਾਂ ਖੋਲ੍ਹਣੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ ਹਨ। ਐਸਾ ਨਾਰਦ ਸਿੰਘ ਨੇ ਬੜਾ ਤੇਜ ਪ੍ਰਤਾਪ ਆਪਣਾ ਧਾਰਨ ਕੀਤਾ ਹੋਇਆ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਹ ਪ੍ਰਕਾਰ ਨਹਿਰੀ ਜੋ ਆਪੋ। ਉਸ ਸਮੇਂ ਭਗਤ ਪ੍ਰਹਿਲਾਦ ਜੀ ਨਾ ਨਾਰਦ ਸਿੰਘ ਦੇ ਪਕੜ ਕਰਕੇ ਦੋਵੇਂ ਚਰਨਾਂ ਨੂੰ ਬਾਰ-ਬਾਰ ਬੇਨਤੀਆਂ ਔਰ ਅਜੋਈਆਂ ਕਰਨ ਲੱਗ ਪਏ। ਮੇਰੇ ਮਾਲਕ ਹੈ ਮੇਰੇ ਭਗਵਾਨ, ਆਪ ਦੀ ਜਿਹੜੀ ਖੁਸ਼ੀ ਨਾ ਉਹ ਕਿਸੇ ਵੀ ਸ਼ੁਭ ਗੁਣ ਦੇ ਉੱਪਰ ਕਦੇ ਵੀ ਪੈਦਾ ਨਹੀਂ ਹੁੰਦੀ ਹੈ। ਕਰੋ ਭਗਤ ਪਿਖ ਕੈ ਦੁਖ ਖਾਪੋ। ਪਰ ਜਿਹੜਾ ਜਗਿਆਸੂ ਆਪ ਦੀ ਭਗਤੀ ਦੇ ਵਿੱਚ ਕਿਤੇ ਦਿਨ ਰਾਤ ਜੋੜਨ ਲੱਗ ਪਿਆ, ਉਹਦੇ ਤਾਂ ਫਿਰ ਆਪਨੇ ਬੜੇ ਬੜੇ ਦੁੱਖ ਬੜੇ ਬੜੇ ਕਸ਼ਟ ਦ੍ਰਿਸ਼ਟੀ ਦੇ ਨਾਲ ਹੀ ਨਾਸ ਕਰ ਦਿੱਤੇ ਸੀ ਨਾ। ਕਿਤਨੇ ਭਗਤਾਂ ਦਾ ਜਿਹੜਾ ਜ਼ਿਕਰ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਵੀ ਕੀਤਾ ਹੋਇਆ। ਕਰ ਗਜਿੰਦ ਸੁੰਡ ਕੀ ਓਟ ਨਾਮਾ ਉਭਰੈ ਹਰ ਕੀ ਓਟ। ਭਗਤ ਨਾਮਦੇਵ ਜੀ ਵਰਗਿਆਂ ਨੂੰ ਵੀ ਦੇਖੋ ਕਿਵੇਂ ਬਾਦਸ਼ਾਹ ਸਿਕੰਦਰ ਨੇ ਹੰਕਾਰ ਦੇ ਵਿੱਚ ਆ ਕਰਕੇ ਜਿਉਂ ਭਗਤ ਨਾਮਦੇਵ ਜੀ ਦੇ ਹੱਥ ਪੈਰ ਨੂੜੇ ਵੀ ਛੁੱਟਦੇ ਉਹਨੂੰ ਹਾਥੀ ਦੇ ਅੱਗੇ, ਇਹਦੇ ਵੱਡੇ ਵੱਡੇ ਪੈਰਾਂ ਦੇ ਥੱਲੇ ਆ ਕੇ ਮਰ ਜਾਣੈ ਗੰਗ ਗਸੈਨ ਗੈਰ ਗੰਭੀਰ ਜੰਜੀਰ ਬਾਂਧ ਕਰ ਖਰਿਓ ਕਬੀਰ। ਮਨ ਨਾ ਡਗੈ ਤਨ ਕਾਇ ਕੋ ਡਰਾਏ ਚਰਨ ਕਮਲ ਚਿਤਰਿਓ ਸਮਾਏ। गंगा की लहर मेरी टूटी जंजीर मिर्ग छाला पर बैठे कबीर कह कबीर को संग न साथ जल थल राखन है रघनाथ। दीना दुनिया दे
ਮਾਲਕ ਸੁਰਬਗ ਅੰਤਰ ਜਾਮੀ ਮਿਰਗਸ਼ਾਲਾ ਪਰ ਬੈਠੇ ਕਬੀਰ। ਭਗਤ ਕਬੀਰ ਜੀ ਨੂੰ ਵੀ ਬੰਨ ਕੇ ਉਸ ਸਮੇਂ ਬਾਦਸ਼ਾਹ ਨੇ ਕਾਹਦੇ ਵਾਸਤੇ ਮਾਰਨ ਦੇ ਲਈ ਗੰਗ ਗੁਸੈਨ ਗੈਰ ਗੰਭੀਰ ਜੰਜੀਰ ਬਾਂਧ ਕਰ ਕਰੇ ਕਬੀਰ। ਆਪਣੇ ਹੱਥ ਪੈਰ ਬੰਨ ਤੇ ਭਗਤ ਕਬੀਰ ਜੀ ਦੇ, ਪਰ ਜਦੋਂ ਸੁੱਟਿਆ ਬੜੇ ਗਹਿਰੇ ਚਲਦੇ ਹੋਏ ਪ੍ਰਵਾਹ ਦੇ ਵਿੱਚ ਕਹਿ ਕਬੀਰ ਕੋ ਸੰਗਨ ਸਾਥ ਜਲ ਤਲ ਰਾਖਨ ਹੈ ਰਘਨਾਥ। ਮਿਰਗਸ਼ਾਲਾ ਵਿਛ ਗਈ ਪਾਣੀ ਦੇ ਉੱਪਰ ਹੀ। ਇਸੇ ਤਰ੍ਹਾਂ ਭਗਤ ਪ੍ਰਹਿਲਾਦ ਜੀ ਨਾਰਦ ਸਿੰਘ ਦੇ ਅੱਗੇ ਬੇਨਤੀਆਂ ਕਰਦੇ ਨੇ ਵੀ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਜਿਨ੍ਹਾਂ ਜਗਿਆਸੂਆਂ ਨੇ ਕੀਤੀਆਂ ਨਾ ਆਪਦੀ ਐਸੀ ਪ੍ਰੇਮਾ ਭਗਤੀ, ਉਹਨੂੰ ਤਾਂ ਆਪ ਜੀ ਨੇ ਵੱਡੇ ਵੱਡੇ ਕਸ਼ਟਾਂ ਵੱਡੇ ਵੱਡੇ ਦੁੱਖਾਂ ਤੋਂ ਬਚਾਉਣਾ ਕੀਤਾ ਹੈ। 10 ਗੁਣ ਸੰਯੁਤ ਜੋ ਦਿਜ ਹੋਈ। ਭਗਤ ਪ੍ਰਹਿਲਾਦ ਜੀ ਕਹਿ ਲਗੇ ਮਹਾਰਾਜ ਸੱਚੇ ਪਾਤਸ਼ਾਹ, ਅਗਰ ਬ੍ਰਾਹਮਣ ਪੰਡਤ ਕੋਈ ਭਾਵੇਂ ਐਸੇ ਜਿਹੜੇ 10 ਸ਼ੁਭ ਕਰਮ ਸਨਾਤਨ ਮਤ ਦੇ ਵਿੱਚ ਜੋ ਮੰਨੇ ਜਾਂਦੇ ਨੇ ਨਾ, ਉਹਨੂੰ ਧਾਰਨ ਕਰਨ ਵਾਲਾ ਵੀ ਹੈ। ਭਗਤ ਬਹੀਨਾ ਪ੍ਰਸੀਦ ਨਾ ਕੋਈ। ਪਰ 10 ਗੁਣਾਂ ਦੇ ਸੰਜੋਤ ਹੋਣ ਦੇ ਕਾਰਨ ਇਹੋ ਜਿਹੇ ਉੱਚੀ ਜਾਤੀ ਦੇ ਪੰਡਤ ਬ੍ਰਾਹਮਣ ਦੇ ਉੱਪਰ ਆਪ ਦੀ ਕਦੇ ਵੀ ਖੁਸ਼ੀ ਨਹੀਂ ਹੁੰਦੀ ਹੈ। 10 ਗੁਣ ਹੀਨਾ ਜੇ ਇਹ ਚੰਡਾਲਾ। ਪਰ ਜਿਹੜਾ ਹੈ ਚੰਡਾਲ ਨੀਚ ਜਾਤੀ ਵਾਲਾ, ਉਹਦੇ ਵਿੱਚ ਕੋਈ ਵੀ 10 ਗੁਣਾਂ ਦੇ ਵਿੱਚੋਂ ਚੰਗਾ ਐਸਾ ਗੁਣ ਨਹੀਂ ਪਾਇਆ ਜਾਂਦਾ ਹੈ। ਪ੍ਰੇਮ ਭਗਤ ਮਹਿ ਮਗਨ ਵਿਸਾਲਾ। ਅਗਰ ਉਹ ਚੰਡਾਲ ਹੋਣ ਦੇ ਬਾਵਜੂਦ ਵੀ ਖਟ ਕਰਮ ਕੁਲ ਸੰਜੋਗਤ ਹੈ ਭਗਤ ਹਿਰਦੈ ਨਾਏ ਚਰਨਾਰ ਬਿੰਦਨਾ ਕਥਾ ਪਾਵੇ ਸੋ ਪੱਜ ਤੋਲ ਸਮਾਨ। ਕਹਿੰਦੇ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਤਾਂ ਮਨ ਦੇ ਵਿੱਚ ਕਦੇ ਭੁੰਦੀ ਨਹੀਂ ਨਾ। ਬਿਲਕੁਲ ਖਟ ਕਰਮ ਕੁਲ ਸੰਜੋਗਤ ਹੈ। ਖਟ ਕਰਮ ਕਿਹੜੇ ਨੇ? ਪੰਡਤਾਂ ਦੇ ਵਿਦਿਆ ਪੜ੍ਹਨੀ ਪੜ੍ਹਾਉਣੀ, ਜਗ ਕਰਨਾ ਕਰਾਉਣਾ, ਦਾਨ ਲੈਣਾ ਤੇ ਦੇਣਾ, ਇਹ ਮੰਨੇ ਨੇ। ਬ੍ਰਾਹਮਣਾਂ ਦੇ ਬੜੇ ਉੱਤਮ 6 ਕਰਮ ਖਟ ਕਰਮ ਕੁਲ ਸੰਜੋਗਤ ਹੈ। ਬਹੁਤ ਉੱਚੀ ਕੁਲ ਦੇ ਵਿੱਚ ਉਹਨੇ ਜਨਮ ਵੀ ਧਾਰਨ ਕੀਤਾ ਹੋਇਆ। ਖਟ ਕਰਮ ਕੁਲ ਸੰਜੋਗਤ ਹੈ। ਹਰ ਭਗਤ ਹਿਰਦੈ ਨਾਏ। ਅਗਰ ਅਜੇ ਤੱਕ ਉਹਦੇ ਹਿਰਦੇ ਦੇ ਵਿੱਚ ਐਸੀ ਜਿਹੜੀ ਖੁਦਾ ਦੀ ਪ੍ਰੇਮਾ ਭਗਤੀ ਨਹੀਂ ਪੈਦਾ ਹੋਈ ਹੈ, ਤੇ ਸਮ ਤੁਮਕੋ ਅਪਰ ਨਾ ਪਿਆਰਾ। ਉਹਨਾਂ ਦੇ ਸਮਾਨ ਆਪ ਨੂੰ ਦੁਨੀਆ ਦੇ ਵਿੱਚ ਕੋਈ ਵੀ ਪਿਆਰਾ ਨਹੀਂ। ਵੀ ਜਿਹੜੇ ਆਪਣੇ ਹਿਰਦੇ ਦੇ ਅੰਦਰ ਐਸੀ ਵਾਹਿਗੁਰੂ ਦੀ ਜਿਹੜੀ ਪ੍ਰੇਮਾ ਭਗਤੀ ਹੈ ਨਾ, ਉਹਨੂੰ ਧਾਰਨ ਕਰ ਲੈਂਦੇ ਹਨ। ਇਹ ਨਿਰਣੈ ਮੈਂ ਹਿਰਦੈ ਵਿਚਾਰਾ। ਭਗਤ ਪ੍ਰਹਿਲਾਦ ਜੀ ਬੇਨਤੀਆਂ ਕਰਦੇ ਨੇ ਬਾਰ-ਬਾਰ ਨਰ ਸਿੰਘ ਦੇ ਅੱਗੇ ਵੀ ਇਹ ਜਿਹੜੀ ਹਕੀਕਤ ਹੈ, ਮੈਂ ਤਾਂ ਹੁਣ ਚੰਗੀ ਤਰ੍ਹਾਂ ਨਿਰਣੈ ਕਰਕੇ ਸਾਹਮਣੇ ਦੇਖ ਲਈ ਹੈ। ਦੋਹਰਾ ਜਗ ਦਾਨ ਤਪ ਧਰਮ ਸਤ। ਇੱਕ ਪਹਿਲੇ ਨੰਬਰ ਤੇ ਕੀ ਹੈ? ਜਗ। ਪੰਡਤ ਲੋਕ ਹੀ ਜਿਹੜਾ ਹੁਣ ਵੇਦਾਂ ਦੇ ਮੰਤਰਾਂ ਨੂੰ ਜਾਂ ਫਿਰ ਜਿਹੜੇ ਵੱਡੇ ਵੱਡੇ ਸਮੇਤ ਜਗ ਗੈਂਡਾ ਮੈਦ ਜਗ, ਇਹੋ ਜਿਹੇ ਜੱਗਾਂ ਦੀ ਜਿਹੜੀ ਵਿਧੀ ਵਿਧਾਨ ਉਹਨੂੰ ਆਮ ਤੌਰ 'ਤੇ ਜਿਹੜੇ ਪੜ੍ਹੇ ਲਿਖੇ ਵਿਦਵਾਨ ਹੀ ਜਾਣਿਆ ਕਰਦੇ ਸੀ। ਵੀ ਇਤਨਾ ਘਿਓ ਪਾਉਣਾ, ਇਹੋ ਜਿਹੀਆਂ ਜਿਹੜੀਆਂ ਸੁੱਚੀਆਂ ਇਹਦੇ ਥੱਲੇ ਲਿਆ ਕੇ ਨਾ ਲੱਕੜਾਂ ਬਾਲਣੀਆਂ ਹਨ। ਜੱਗ ਪਹਿਲੇ ਨੰਬਰ 'ਤੇ ਹੈ। ਜੱਗ ਜਿਹੜਾ ਜੱਗ ਕਰਾਉਣ ਦੀ ਐਨ 16 ਨੇ ਵੇਦਾਂ ਦੇ
ਮੰਤਰਾਂ ਦੇ ਮੁਤਾਬਕ ਵਿਧੀ ਵਿਧਾਨ ਜਾਣਨ ਵਾਲਾ ਵੀ ਹੈ। ਜਗ ਦਾਨ ਤਪ ਧਰਮ ਦੂਜੇ ਸਤ ਨੰਬਰ ਤੇ ਦਾਨ, ਇਹ ਵੀ ਤਿੰਨ ਪ੍ਰਕਾਰ ਦਾ ਵਿਸ਼ੇਸ਼ ਤੌਰ ਤੇ ਮੰਨਿਆ ਜਾਂਦਾ ਹੈ। ਇੱਕ ਰਜੋ ਤਮੋ ਸਤੋ ਲਹਿਦਾ ਜਿਹੜੇ ਮਨ ਦੇ ਵਿੱਚ ਬੜੀ ਨਿਮਰਤਾ ਗਰੀਬੀ ਨੂੰ ਧਾਰਨ ਕਰਦਿਆਂ ਹੋਇਆ ਜਥਾ ਜੋਗ ਅਗਰ ਕੋਈ ਦਰਵਾਜ਼ੇ ਦੇ ਅੱਗੇ ਅਭਿਆਗਤ ਅਤਿਥੀ ਆ ਗਿਆ, ਉਹਦੀ ਭੋਜਨ ਪੱਖੋਂ ਸੇਵਾ ਕਰਦੇ ਹਨ। ਦਾਨ, ਜਿਹੜਾ ਦਾਨ ਕਰਨ ਦੇ ਵਿੱਚ ਵੀ ਬੜਾ ਨਿਪੁੰਨ ਹੈ। ਤਪ ਧਰਮ ਤਪ, ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਨਾ ਬੜੀ ਘੋਰ ਤਪੱਸਿਆ ਵੀ ਕੀਤੀ ਹੈ। ਜੇਠ ਆੜ ਦੇ ਮਹੀਨੇ ਦੇ ਵਿੱਚ ਧੂਣੀਆਂ ਲਾ ਕੇ ਬਹਿਣਾ, ਜਦੋਂ ਹੁੰਦਾ ਹੈ ਆ ਸਰਦੀ ਦਾ ਮੌਸਮ ਪੋ ਮਾਘ 'ਚ, ਜਿਹੜੇ ਪਹਿਲੇ ਸਮਿਆਂ ਦੇ ਵਿੱਚ ਸਾਧੂ ਐਸੇ ਜਲ ਧਾਰੇ ਕਰਿਆ ਕਰਦੇ ਸੀ। ਅੱਜ ਕੱਲ੍ਹ ਬੜੇ ਮਹਾਂਪੁਰਖਾਂ ਸਾਧੂਆਂ ਫਕੀਰਾਂ ਨੇ ਜਿਹੜੀ ਪਹਿਲੇ ਸਮੇਂ ਦੀ ਰਹੁ ਰੀਤੀ ਬਦਲ ਲਈ ਹੈ। ਉਹ ਸਮੇਂ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ 101 ਘੜਾ ਰਾਤ ਨੂੰ ਪਹਿਲਾਂ ਪਾਣੀ ਦੇ ਨਾਲ ਭਰ ਕੇ ਰੱਖਣਾ ਪੈਂਦਾ ਸੀ। ਹੁਣ 100 ਘੜਾ ਭਰਨਾ ਕਿਤਨਾ ਔਖਾ ਹੈ। ਇੱਕ ਮਹਾਤਮਾ ਮਿਲਿਆ ਵੀ ਉਹਨੇ ਦੱਸਿਆ ਵੀ, ਸੋਚਿਆ ਵੀ ਕਾਹਨੂੰ ਐਵੇਂ ਰੋਜ਼ ਦੀ ਰੋਜ਼ 101 ਘੜੇ ਦਾ ਜਲ ਬਰਬਾਦ ਕਰਨਾ। ਉਹ ਆਪਣਾ ਜਿਹੜਾ ਪੱਕਾ ਚਵੱਚਾ ਬਣਾ ਲੈਂਦੇ ਹਨ, ਉਹਦੇ ਵਿੱਚ ਹੀ ਬਸ ਗਲ ਗਲ ਤੱਕ ਪਾਣੀ ਦੇ ਵਿੱਚ ਖੜੇ ਹੋ ਕੇ ਕਰਦੇ ਨੇ ਤਪੱਸਿਆ। ਜਿਹੜਾ ਇਹੋ ਜੀ ਤਪੱਸਿਆ ਕਰਨ ਵਾਲਾ ਪੰਡਤ ਹੈ। ਧਰਮ ਸਤ ਧਰਮ ਸਤ, ਆਪਣੇ ਧਰਮ ਦੇ ਉੱਪਰ ਬੜਾ ਦ੍ਰਿੜ ਵਿਸ਼ਵਾਸ ਔਰ ਸਤ ਪਰ ਤੱਕੀ ਕਦੇ ਵੀ ਜ਼ੁਬਾਨ ਤੋਂ ਨਾ ਝੂਠਾ ਬਚਨ ਨਹੀਂ ਬੋਲਦਾ। ਸਮ ਦਮ ਸਮ ਕਹਿੰਦੇ ਨੇ ਮਨ ਦੇ ਜਿਹੜੇ ਸੰਕਲਪ ਤੇ ਵਿਕਲਪ, ਇਹਨਾਂ ਨੂੰ ਰੋਕਣਾ। ਸਮ ਦਮ, ਆ ਜਿਹੜੇ ਆਪਣੇ ਜਿਸਮ ਦੇ ਉੱਪਰ ਲੱਗੇ ਹੋਏ ਨੇ ਪੰਜ ਗਿਆਨ ਇੰਦਰੇ, ਆਪਣੀਆਂ ਅੱਖਾਂ ਨੇ ਔਰ ਕੰਨ ਹੈ, ਚਮੜੀ ਹੈ, ਜ਼ੁਬਾਨ ਹੈ। ਅੱਖਾਂ ਦੇ ਨਾਲ ਦੁਨਿਆਵੀ ਜੀਵਾਂ ਨੂੰ ਹਰੀ ਦਾ ਰੂਪ ਦੇਦੇ ਨੇ ਨਾ। ਇਹ ਨੇਤਰੋਂ ਮੇਰੇ ਹੋ ਹਰ ਤੁਮ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਅੱਗੇ ਜਿਵੇਂ ਜੇ ਕੰਨਾਂ ਦਾ ਮੁੱਖ ਫਰਜ਼ ਕੀਆ ਹੈ ਸਰਵਣੋ ਮੇਰੇ ਹੋ, ਸਾਚਾ ਸੁਣਨਾ ਇਹਨੂੰ ਪਠਾਏ, ਸਾਚਾ ਸੁਣਨਾ ਪਠਾਏ। ਸੁਣੋ ਸਤ ਬਾਣੀ, ਵੀ ਕੰਨਾਂ ਦੇ ਨਾਲ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਚੋਟ ਤੂਫਾਨ ਨਹੀਂ ਸੁਣਦੇ ਹਨ। ਧੀਰਜਵੰਤ ਉਹਨੇ ਉੱਥੇ ਆ ਜਿਹੜਾ ਧੀਰਜ ਦਾ ਗੁਣ ਵੀ ਆਪਣੇ ਮਨ ਦੇ ਅੰਦਰ ਧਾਰਨ ਕੀਤਾ ਹੋਇਆ ਹੈ। ਸਹਿਨਸ਼ੀਲ ਸਹਿਣਸ਼ੀਲ, ਕਿਸੇ ਦੀ ਕਈ ਹੋਈ ਗੱਲ ਨੂੰ ਬਰਦਾਸ਼ਤ ਕਰ ਲੈਣਾ। ਕਈ ਹੁੰਦੇ ਨੇ ਵੀ ਜੇ ਕਿਤੇ ਕਿਸੇ ਨੇ ਅਚਾਨਕ ਹੀ ਨਾ ਮਾੜਾ ਜਿਹਾ ਕੌੜਾ ਫਿੱਕਾ ਵਚਨ ਕਹਿ ਵੀ ਦਿੱਤਾ, ਨਾਲ ਦੀ ਨਾਲ ਫਿਰ ਕੱਪੜਿਆਂ ਨੂੰ ਅੱਗ ਲੱਗਣ ਵਾਲੀ ਹੋ ਜਾਂਦੀ ਹੈ। ਸਹਿਨਸ਼ੀਲ, ਜਿਹੜੇ ਸਹਿਨਸ਼ੀਲਤਾ ਵੀ ਮਨ ਦੇ ਵਿੱਚ ਵਸਾ ਕੇ ਰੱਖਣ ਵਾਲੇ ਪੰਡਤ ਹਨ। ਮਤ ਸਰ ਰਹਿਤ ਮਤ ਸਰ ਰਹਿਤ, ਕਦੇ ਵੀ ਉਹਨਾਂ ਦੇ ਚਿੱਤ ਦੇ ਵਿੱਚ ਈਰਖਾ ਵਕੀਲੀ ਸੜੇਮਾ ਪੈਦਾ ਨਹੀਂ ਹੁੰਦਾ। 10 ਗੁਣ ਇਹੀ ਗੁਣੰਤ, ਇਹ ਜਿਹੜੇ 10 ਦੈਵੀ ਗੁਣ ਪੰਡਤਾਂ ਦੇ ਵਿੱਚ ਜੋ ਵੀ ਪਾਏ ਜਾਂਦੇ ਹਨ। ਭਗਤ ਪ੍ਰਹਿਲਾਦ ਜੀ ਨੇ ਬੇਨਤੀ ਕੀਤੀ, ਮਹਾਰਾਜ ਅਗਰ ਕਿਸੇ ਦੇ ਵਿੱਚ ਬੜੇ ਸੋਹਣੇ ਦੈਵੀ 10 ਗੁਣ ਭਰੇ ਹੋਏ ਹਨ, ਚੌਪਈ ਦਿਜ ਕੁਲ ਮਾਨ ਭਰੇ ਔਰ ਭਾਰੀ, ਪਰ ਜਿਹੜਾ
ਪੰਡਤਾਂ ਦੀ ਕੁਲ ਬਾਂਦੇ ਵਿੱਚ ਪੈਦਾ ਹੋ ਕੇ ਉਸੇ ਤਰ੍ਹਾਂ ਬੜਾ ਮਾਨ ਹੰਕਾਰ ਦੇ ਨਾਲ ਭਰੇ ਹੋਏ ਹੈ। ਭਗਤ ਹੀਨ ਗੁਣ ਅਗ ਅਨੁਹਾਰੀ। ਉਹ ਜਿਹੜਾ ਪੰਡਤ ਬ੍ਰਾਹਮਣ ਭਗਤੀ ਕਰਦਾ ਹੋਇਆ ਵੀ ਇੱਕ ਚੰਡਾਲ ਬਹੁਤ ਵੱਡੇ ਪਾਪੀਆਂ ਦੇ ਸਮਾਨ ਹੈ। ਨੀਚ ਜਾਤ ਤਜ ਕਰ ਮਨ ਮਾਨਾ। ਜਿਨ੍ਹਾਂ ਨੇ ਆਪਣੀ ਨੀਚ ਜਾਤੀ ਦਾ ਨਾ ਮਨ ਦੇ ਵਿੱਚੋਂ ਮਾਨ ਹੰਕਾਰ ਦੂਰ ਕੀਤਾ ਹੋਇਆ ਹੈ। ਤੁਮਰੀ ਸੇਵਹਿ ਚਰਨ ਮਹਾਨਾ। ਜਿਹੜੇ ਐਸੇ ਜਗਿਆਸੂ ਨਿਮਰਤਾ ਗਰੀਬੀ ਨੂੰ ਮਨ ਦੇ ਵਿੱਚ ਵਸਾਉਂਦੇ ਹੋਇਆ ਉਹ ਆਪਦੇ ਸਰਨਾਂ ਦੀ ਸੇਵਾ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਸੋ ਪਾਵਨ ਹਵੈ ਕਰ ਸਰਬੰਗਾ। ਉਸ ਪ੍ਰਾਣੀ ਦੇ ਉਸ ਬ੍ਰਾਹਮਣ ਦੇ ਸਾਰੇ ਜਿਹੜੇ ਅੰਗੀ ਬੜੇ ਪਵਿੱਤਰ ਹੋ ਜਾਣੇ ਹਨ। ਔਰ ਨਕੀਰ ਕਰਹਿ ਅਗ ਭੰਗਾ। ਇਹੋ ਜਿਹੇ ਜਿਹੜੇ ਕਮਾਈ ਕਰਨ ਵਾਲੇ ਚਾਹੇ ਪੰਡਤ ਹੈ ਚਾਹੇ ਬ੍ਰਾਹਮਣ ਹੈ ਚੰਡਾਲ ਹੈ ਉਹ ਤਾਂ ਦੂਜਿਆਂ ਨੂੰ ਵੀ ਪਵਿੱਤਰ ਕਰਨ ਵਾਲੇ ਹੋ ਜਾਂਦੇ ਹਨ। ਸੁਨ ਮਮ ਬੇਨਤੀ ਤਿਰ ਭਵਨ ਸਾਈ। ਹੁਣ ਜਦੋਂ ਪਾਖੰਤਨ ਬਾਜ ਵਜਾਇਲਾ ਗਰੜ ਚੜੇ ਗੋਵਿੰਦ ਆਇਲਾ ਉਸ ਸਮੇਂ ਜਦੋਂ ਭਗਤ ਪ੍ਰਹਿਲਾਦ ਜੀ ਨੇ ਤਿੰਨੇ ਭਵਨਾਂ ਦੇ ਮਾਲਕ ਨਰਸਿੰਘ ਦੇ ਅੱਗੇ ਬਾਰ-ਬਾਰ ਬੇਨਤੀਆਂ ਕੀਤੀਆਂ। ਸ਼ਾਂਤ ਰੋਸ ਕਰ ਗਿਰਾ ਅਲਾਈ। ਸਾਤ ਘੜੀ ਜਬ ਬੀਤੀ ਸੁਣੀ ਅਜ਼ੋਨਾ ਆਇਓ ਤੇਰਾ ਭਵਨ ਧਣੀ। ਵੀ ਅਜੇ ਤੱਕ ਵੀ ਤਿੰਨੇ ਲੋਕਾਂ ਦਾ ਮਾਲਕ ਮੇਰੀ ਰੱਖਿਆ ਕਰਨ ਵਾਸਤੇ ਕਿਉਂ ਨਹੀਂ ਪਹੁੰਚੇ ਹੈ। ਭਗਤ ਨਾਮਦੇਵ ਜੀ ਨੇ ਬਚਨ ਕੀਤੇ ਹੋਏ ਹਨ। ਆਹੋ ਪ੍ਰਹਿਲਾਦ ਭਗਤ ਤੋਂ ਪੂਰਾ। ਇਹ ਸੁਣ ਕੇ ਉਸ ਸਮੇਂ ਵਿਸ਼ਨੂੰ ਭਗਵਾਨ ਜੀ ਜਿਹੜੇ ਨਰਸਿੰਘ ਦੇ ਰੂਪ ਦੇ ਵਿੱਚ ਪ੍ਰਗਟ ਹੋ ਕੇ ਕਹਿਣ ਲੱਗੇ ਐ ਪ੍ਰਹਿਲਾਦ ਜੀ ਤੂੰ ਮੇਰਾ ਬਹੁਤ ਹੀ ਪੁਰਾਣਾ ਤੋਂ ਪਿਆਰਾ ਭਗਤ ਬਣ ਚੁੱਕੇ ਹੈ। ਕੋ ਬਿਦ ਤੇ ਹੋਏ ਨਾ ਊਰਾ। ਹੁਣ ਤੇਰੇ ਵਿੱਚ ਤਾਂ ਸਾਰੇ ਜਿਹੜੇ ਗਏ ਐਸੇ ਚੰਗੇ ਗੁਣ ਪੈਦਾ ਹੋ ਗਏ ਨੇ। ਕੋਈ ਵੀ ਐਸਾ ਗੁਣ ਪਾਪ ਤੇਰੇ ਅੰਦਰ ਨਹੀਂ ਪਾਇਆ ਜਾਂਦਾ। ਬਰ ਜਾਚੋ ਜੋ ਹਵੈ ਚਿਤ ਮਾਹੀ। ਨਰਸਿੰਘ ਦੇ ਰੂਪ ਦੇ ਵਿੱਚ ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ ਵੀ ਮੰਗ ਲੈ ਜੋ ਵੀ ਤੇਰੇ ਮਨ ਦੇ ਵਿੱਚ ਕੋਈ ਕਾਮਨਾ ਕੋਈ ਇੱਛਾ ਭਰੀ ਹੋਈ ਹੈ। ਤੋਤੇ ਨਹਿ ਅਧੀ ਮੁਝ ਪਾਹੀ। ਭਗਵਾਨ ਜੀ ਕਹਿਣ ਲੱਗੇ ਐਸੀ ਵਸਤੂ ਕੋਈ ਵੀ ਨਹੀਂ ਜਿਹੜੀ ਤੈਨੂੰ ਨਹੀਂ ਪ੍ਰਾਪਤ ਹੋ ਸਕੇਗੀ। ਸੁਨ ਕਰ ਮੈਂ ਪੁਨ ਗਿਰਾ ਬਖਾਨੀ। ਇਹ ਸੁਣਦੇ ਹੋਇਆ ਭਗਤ ਪ੍ਰਹਿਲਾਦ ਜੀ ਉਸੇ ਤਰ੍ਹਾਂ ਪ੍ਰੇਮ ਦੇ ਵਿੱਚ ਮਸਤ ਹੋ ਕੇ ਨਰਸਿੰਘ ਦੇ ਅੱਗੇ ਬਾਰ-ਬਾਰ ਬਸ ਬੇਨਤੀਆਂ ਜੋਦੜੀਆਂ ਕਰੀ ਜਾ ਰਹੇ ਹਨ। ਮਮ ਮਨ ਸਰਬ ਕਾਮਨਾ ਹਾਨੀ। ਕਹਿ ਲਗੇ ਭਗਤ ਪ੍ਰਹਿਲਾਦ ਜੀ ਸੱਚੇ ਪਾਤਸ਼ਾਹ ਆਪ ਨੇ ਪਹਿਲਾਂ ਹੀ ਮੇਰੇ ਮਨ ਦੀਆਂ ਜਿਹੜੀਆਂ ਤਮਾਮ ਕਾਮਨਾਵਾਂ ਅੰਦਰੋਂ ਨਾਸ ਕਰ ਦਿੱਤੀਆਂ ਹਨ। ਜੋ ਸਕਾਮ ਤਬ ਭਗਤ ਕਰੀ। ਪਰ ਜਿਹੜੇ ਸਕਾਮ ਕਾਮਨਾ ਸਹਿਤ ਨਾ ਆਪਦੀ ਜਿਹੜੀ ਪ੍ਰੇਮਾ ਭਗਤੀ ਜੀਵਾਂ ਦੇ ਵਿੱਚ ਕਰਦੇ ਹਨ ਤਾਂ ਚਾਹੇ ਥੋੜੀ ਚਾਹੇ ਕੋਈ ਘੱਟ ਸਮਾਂ ਭਗਤੀ ਦੇ ਵਿੱਚ ਗੁਜ਼ਾਰਦਾ। ਬਨਕ ਸਮਾਨ ਜਾਨੀਏ ਤੇਈ। ਉਹ ਤਾਂ ਜਿਹੜੇ ਮਨੁੱਖ ਪ੍ਰਾਣੀ ਬਸ ਇੱਕ ਵਪਾਰੀਆਂ ਦੇ ਸਮਾਨ ਹੋਇਆ ਕਰਦੇ ਹਨ ਵੀ ਜਿਤਨੀ ਕੁ ਕੋਈ ਮਾਇਆ ਦੇਊ ਉਤਨਾ ਉਹਨੇ ਆਪਣਾ ਦੁਕਾਨ ਦੇ ਵਿੱਚੋਂ ਸੌਦਾ ਤੋਲ ਕੇ ਅਗਲੇ ਦੇ ਪੱਲੇ ਦੇ ਵਿੱਚ ਪਾ ਦੇਣਾ। ਸ਼੍ਰੀ ਨਰ ਹਰ ਪੁਨ ਬੈਨ ਉਚਾਰੀ। ਉਸ ਸਮੇਂ ਭਗਵਾਨ ਨਰਸਿੰਘ ਦੇ ਰੂਪ ਦੇ ਵਿੱਚ ਭਗਤ ਪ੍ਰਹਿਲਾਦ ਜੀ ਨੂੰ ਬਾਰ-ਬਾਰ ਆਪਣੇ ਵੱਲੋਂ ਸਮਝਾਉਂਦੇ ਹਨ। ਭਗਤ ਲਖੋ ਮੁਝ ਮਹਾ ਉਦਾਰੀ। ਭਗਵਾਨ ਜੀ ਕਹਿਣ ਲੱਗੇ ਵੀ ਦੇਖ ਭਗਤ ਪ੍ਰਹਿਲਾਦ ਮੈਨੂੰ ਤੋਂ ਮਨ ਦੇ ਵਿੱਚ ਬਹੁਤ ਵੱਡਾ ਉਦਾਰ ਸਖੀ ਦਾਤਾ ਦਾ ਜਾਣ ਲਈ ਹੈ ਨਾ। ਦੱਦਾ ਦਾਤਾ ਇੱਕ ਹੈ ਸਭ ਕਾ ਦੇਵਨਹਾਰ
ਦਿੰਦੇ ਤੋਟ ਨਾ ਵੀ ਅਗਨਤ ਭਰੇ ਭੰਡਾਰ ਦਇਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਏ ਵਸਾਰਾ। ਉਹਦੇ ਖਜ਼ਾਨਿਆਂ ਦਾ ਉਹਦੇ ਭੰਡਾਰਿਆਂ ਦਾ ਤਾਂ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਵੀ। ਆ ਚਾਰੇ ਖਾਣੀਆਂ 'ਚ ਕੌਣ ਵਰਤਾਉਂਦਾ ਹੈ? ਇਹੋ ਜਿਹੇ ਭੰਡਾਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਹੀ ਹੈ ਨਾ। ਦਿੰਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ ਬੇਅੰਤ। ਉਹਦੇ ਵੱਡੇ ਵੱਡੇ ਖਜ਼ਾਨੇ ਭੰਡਾਰੇ ਸਦਾ ਦੇ ਲਈ ਭਰੇ ਰਹਿੰਦੇ ਹਨ। ਨਿਸ਼ਚੈ ਸਰਬ ਚਾਹਤੈ ਤਿਆਗੀ। ਉਹ ਸਮੇਂ ਨਰ ਸਿੰਘ ਜੀ ਕਹਿਣ ਲੱਗੇ ਵੀ ਦੇਖ ਚਲੋ ਤੈਂ ਦ੍ਰਿੜ ਵਿਸ਼ਵਾਸ ਯਕੀਨ ਕਰਕੇ ਆਪਣੇ ਮਨ ਦੇ ਵਿੱਚੋਂ ਸਾਰੀਆਂ ਜਿਹੜੀਆਂ ਕਾਮਨਾ ਬਾਹਰ ਕੱਢੀਆਂ ਹੋਈਆਂ ਹਨ। ਤਦ ਪੇ ਮੋਹਿ ਤੋਖਨ ਹਿਤ ਲਾਗੀ। ਪਰ ਫਿਰ ਵੀ ਨਰ ਸਿੰਘ ਜੀ ਕਹਿਣ ਲੱਗੇ ਵੀ ਦੇਖ ਮੇਰੀ ਖੁਸ਼ੀ ਤੇਰੇ ਉੱਪਰ ਤਾਂ ਹੋਣੀ ਹੈ ਨਾ ਜਦੋਂ ਕੋਈ ਨਾ ਕੋਈ ਵਸਤੂ ਮੇਰੇ ਕੋਲੋਂ ਮੰਗੇਗਾ। ਜਥੇਦਾਰ ਭਾਈ ਮਹਾਂ ਸਿੰਘ ਜੀ ਨੂੰ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਐਸੇ ਵਚਨ ਕੀਤੇ ਭਾਈ ਮਾਸਿਆ ਮੰਗ ਲੈ ਜੋ ਵੀ ਮੰਗਣਾ ਹੈ। ਪਰ ਉਸ ਸਮੇਂ ਜਥੇਦਾਰ ਭਾਈ ਮਹਾਂ ਸਿੰਘ ਨੇ ਹੱਥ ਜੋੜਦੇ ਸੱਚੇ ਪਾਤਸ਼ਾਹ ਬਸ ਮੈਨੂੰ ਤਾਂ ਇਤਨੀ ਬਥੇਰਾ ਹੈ, ਤੂੰ ਚੋ ਸੱਜਣ ਮਹਿੰਡਿਆ ਡੇਈ ਸਿਸਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀ ਧਾਰਾ ਪਦੇ। ਮੈਨੂੰ ਦਰਸ਼ਨ ਹੋ ਗਏ ਹਨ। ਪਰ ਫਿਰ ਵੀ ਉਸ ਸਮੇਂ ਸਤਿਗੁਰੂ ਜੀ ਕਹਿ ਲੱਗੇ ਜਥੇਦਾਰ ਭਾਈ ਮਾਸੀਆਂ ਜਿਤਨਾ ਚਿਰ ਮੰਗਦਾ ਨਹੀਂ ਨਾ ਕੋਈ ਬਾਹਰ ਸਾਡੇ ਕੋਲੋਂ ਉਤਨਾ ਚਿਰ ਮੇਰੇ ਮਨ ਦੇ ਵਿੱਚ ਪ੍ਰਸੰਨਤਾ ਖੁਸ਼ੀ ਕਿਵੇਂ ਪੈਦਾ ਹੋਊ। ਭਾਈ ਆਪਾਂ ਮੰਗੀ ਜਾਂਦੇ ਆ ਆਪਾਂ ਨੂੰ ਮਿਲਦਾ ਨਹੀਂ। ਪਰ ਜਿਹੜੇ ਨਿਰਛਤ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨਾਂ ਨੂੰ ਤਾਂ ਬਿਨਾਂ ਮੰਗਿਆ ਹੀ ਦੋਵੇਂ ਲੋਕਾਂ ਦੇ ਪਦਾਰਥ ਮਿਲ ਜਾਂਦੇ ਹਨ। ਦਸ਼ਮੇਸ਼ ਕਿਤ ਪੈਦਾ ਕਹਿਣ ਲੱਗੇ ਜਥੇਦਾਰ ਭਾਈ ਮਾਸਿਆ ਮੰਗਲਾ ਕੁਝ ਨਾ ਕੁਝ ਤਾਂ ਫਿਰ ਮੇਰੇ ਮਨ ਦੇ ਵਿੱਚ ਬੜੀ ਖੁਸ਼ੀ ਪੈਦਾ ਹੋ। ਮੰਗਿਆ ਕਿ ਟੂਟੀ ਗਾਂਡਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਜਿਹੜਾ ਸਾਰਾ ਇਲਾਕਾ ਹੀ ਪਹਿਲਾਂ ਬੇਮੁਖ ਹੋ ਗਿਆ ਸੀ। ਸੱਚੇ ਪਾਤਸ਼ਾਹ ਇਹਨਾਂ ਭੁੱਲੇ ਪੜ ਕੇ ਜਿਹੜੇ ਨੇ ਆਪ ਦੇ ਸੇਵਕ ਦਾਸ ਆਪ ਦੇ ਚਰਨਾਂ ਦੇ ਨਾਲ ਹੀ ਜੋੜਨਾ ਕਰੋ। ਉਸ ਸਮੇਂ ਨਰ ਸਿੰਘ ਜੀ ਵੀ ਪਤ ਪਹਿਲਾਦ ਜੀ ਨੂੰ ਕਹਿਣ ਲੱਗੇ ਵੀ ਮੰਗ ਲੈ ਫੇਰ ਹੀ ਮੇਰੇ ਮਨ ਦੇ ਵਿੱਚ ਪ੍ਰਸੰਨਤਾ ਪੈਦਾ ਹੋਣੀ ਹੈ। ਬੰਦ ਹੱਥ ਮੈਂ ਮਨ ਰਚਾਇਆ। ਉਸ ਸਮੇਂ ਭਗਤ ਪਹਿਲਾਦ ਜੀ ਇਹ ਸਾਰਾ ਨਾ ਜਿਹੜਾ ਇਤਿਹਾਸ ਭਾਈ ਵਾਲਾ ਔਰ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸ ਸੁਣਾਉਂਦੇ ਹੋਇਆ ਆਪਣੇ ਵੱਲੋਂ ਬੇਨਤੀ ਕਰਦੇ ਹਨ। ਕਹਿਓ ਜੇ ਰਾਵਰ ਕੀ ਅਸ ਦਇਆ। ਫਿਰ ਭਗਤ ਪਹਿਲਾਦ ਜੀ ਦੋਵੇਂ ਹੱਥ ਜੋੜ ਕੇ ਨਰ ਸਿੰਘ ਦੇ ਅੱਗੇ ਨਾ ਵਾਰ-ਵਾਰ ਬੜੀਆਂ ਮਿੰਨਤਾਂ ਤਰਲੇ ਕਰਨ ਲੱਗ ਪਏ ਹਨ। ਸਰਬ ਕਾਮਨਾ ਉਰ ਜਰ ਜਾਵ ਹੈ। ਕੈਸਾ ਪਦਾਰਥ ਮੰਗਿਆ। ਭਗਤ ਪਹਿਲਾਦ ਜੀ ਨੇ ਨਰ ਸਿੰਘ ਦੇ ਚਰਨਾਂ 'ਚ ਕਹਿਣ ਲੱਗਿਆ ਭਗਵਾਨ ਐ ਮੇਰੇ ਮਾਲਕ ਸੁਆਮੀ ਜੀ ਜਾਦੀ ਮੇਰੇ ਤੇ ਖੁਸ਼ੀ ਹੋ ਗਈ ਹੈ ਨਾ ਇਹ ਵਰਦਾਨ ਦੇ ਦਿਓ ਜਿਹੜੀਆਂ ਮੇਰੀਆਂ ਮਨ ਦੀਆਂ ਕਾਮਨਾਵਾਂ ਬਾਸ਼ਨਾਵਾਂ ਇਹ ਸਦਾ ਦੇ ਲਈ ਜੜ ਤੋਂ ਸੜ ਜਾਣ। ਇਹ ਮੈਂ ਕਾਬਦੇ ਪਾਸੋਂ ਭਰ ਮੰਗਣਾ ਚਾਹੁੰਦਾ ਹਾਂ। ਤਬ ਪਗ ਭਗਤ ਸਦਾ ਰਤ ਭਾਵ ਹੈ। ਵੀ ਆਪ ਦੇ ਚਰਨਾਂ ਦਾ ਜਿਹੜਾ ਪ੍ਰੇਮ ਇਹ ਮੇਰੇ ਹਿਰਦੇ ਦੇ ਅੰਦਰ ਸਦਾ ਵਾਸਤੇ ਇਹ ਚੰਗਾ
ਲੱਗਦਾ ਰਹੇ ਐਸਾ ਵਰਦਾਨ ਮੰਗ ਲਿਆ। ਭਗਤ ਪ੍ਰਹਿਲਾਦ ਜੀ ਨੇ ਹਸ ਕਹਿ ਬਾਰ ਬਾਰ ਸਿਰ ਨਿਆਈ। ਇਉਂ ਭਗਤ ਪ੍ਰਹਿਲਾਦ ਜੀ ਵਰਦਾਨ ਮੰਗਦਿਆਂ ਹੋਇਆਂ ਵਾਰ-ਵਾਰ ਨਰ ਸਿੰਘ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਮੱਥਾ ਟੇਕਣ ਲੱਗ ਪਏ। ਰਹਿਓ ਚਰਨ ਪੰਕਜ ਲਪਟਾਈ। ਭਗਤ ਪ੍ਰਹਿਲਾਦ ਜੀ ਨੇ ਉਸੇ ਵਕਤ ਨਰ ਸਿੰਘ ਜਿਨ੍ਹਾਂ ਨੇ ਬੜਾ ਭਿਆਨਕ ਦੁਖਦਾਈ ਰੂਪ ਧਾਰਨ ਕੀਤਾ ਹੋਇਆ ਸੀ, ਜਾ ਕੇ ਭਗਤ ਜੀ ਨੇ ਚਰਨ ਪਕੜ ਲਏ ਹਨ। ਹਵੈ ਪ੍ਰਸੰਨ ਭਗਤਨ ਗੁਣ ਖਾਨੀ। ਦੇ ਲਿਆ ਵੀ ਗੁਣਾ ਦੀ ਖਾਨ ਸਰਬੱਗ ਅੰਤਰਜਾਮੀ ਪਰਮਾਤਮਾ ਇਹ ਤਾਂ ਆਪਣੇ ਭਗਤਾਂ ਆਪਣੇ ਸੇਵਕਾਂ ਦੇ ਉੱਪਰ ਸਦਾ ਦੇ ਲਈ ਪ੍ਰਸੰਨ ਰਹਿੰਦੇ ਹਨ। ਮ੍ਰਿਦਲ ਮਧੁਰ ਬੋਲੇ ਸੁਠ ਬਾਨੀ। ਉਸ ਟਾਈਮ ਤੇ ਨਰ ਸਿੰਘ ਨੇ ਐਸੇ ਮਿੱਠੇ ਕੋਮਲ ਬਚਨ ਉਚਾਰਨ ਕੀਤੇ ਨਾ, ਉਸ ਸਮੇਂ ਪਹਿਲਾਂ ਤਾਂ ਇਹੋ ਜੀ ਗਰਜ ਆਪਣੀ ਰਸਨਾ ਤੋਂ ਕੱਢੀ ਸੀ। ਨਰ ਸਿੰਘ ਨੇ ਵੀ ਤੰਨੇ ਲੋਕ ਕੰਬਣ ਲੱਗ ਪਏ, ਪਰ ਜਦੋਂ ਭਗਤ ਪ੍ਰਹਿਲਾਦ ਜੀ ਨੇ ਚਰਨਾਂ ਨੂੰ ਘੁੱਟ ਕੇ ਪਕੜ ਲਿਆ, ਫਿਰ ਬਚਨਾਂ ਦੇ ਵਿੱਚ ਬੜੀ ਮਿਠਾਸ ਬੜੀ ਕੋਮਲਤਾਈ ਪੈਦਾ ਹੋ ਗਈ। ਸਦਾ ਅਚਲ ਸੁਖ ਦੋਨੋਂ ਲੋਕਾ। ਕਹਿ ਲਗੇ ਐ ਮੇਰੇ ਪਿਆਰੇ ਭਗਤ ਜਾ, ਤੈਨੂੰ ਤਾਂ ਅਸੀਂ ਸਦਾ ਦੇ ਲਈ ਨਾ ਆ ਜਿਹੜੇ ਦੋਵੇਂ ਲੋਕਾਂ ਦੇ ਸੁੱਖ ਬਖਸ਼ ਦਿੱਤੇ ਹਨ। ਨਿਰਸੰਦੇਹੀ ਹਵੈ ਭੋਗ ਅਸ਼ੋਕਾ। ਆ ਦੂਜੇ ਪਾਸੇ ਬੜਾ ਲੰਬਾ ਸਮਾਂ ਤੈਨੂੰ ਆ ਰਾਜ ਭਾਗ ਵੀ ਪ੍ਰਾਪਤ ਹੋ ਜਾਣਾ। ਸਭ ਦਾਨਵ ਕੋ ਹੋ ਪਵਾਲਾ। ਤੈਨੂੰ ਅਸੀਂ ਆ ਜਿਹੜੇ ਨੇ ਦੈਨ ਤੇ ਰਾਕਸ਼ ਉਹਨਾਂ ਦਾ ਆਪਣੇ ਵੱਲੋਂ ਸਾਰਿਆਂ ਨਾਲੋਂ ਵੱਡਾ ਰਾਜਾ ਬਣਾਤਾ। ਕਰਹੁ ਰਾਜ ਬੈਸੀ ਚਿਰਕਾਲ। ਤੈਂ ਆਪਣੀ ਪੁਰੀ ਦੇ ਵਿੱਚ ਬੈਠ ਕਰਕੇ ਬੜਾ ਲੰਬਾ ਸਮਾਂ ਰਾਜ ਭਾਗ ਵੀ ਕਰਦੇ ਰਹਿਣਾ। ਸਰਬ ਸਿਰੋਮਨ ਭਗਤ ਹਮਾਰਾ। ਤੂੰ ਤਾਂ ਮੇਰਾ ਸਾਰਿਆਂ ਨਾਲੋਂ ਸ਼੍ਰੋਮਣੀ ਜਿਹੜਾ ਸੱਚਾ ਭਗਤ ਬਣ ਚੁੱਕਿਆ। ਸ਼ਵੈ ਨਾ ਸਕੈ ਮਦ ਮਾਨ ਬਿਕਾਰਾ। ਕਦੇ ਵੀ ਤੇਰੇ ਹਿਰਦੇ ਦੇ ਅੰਦਰ ਨਾ ਮਾਨ ਮੋਹ ਹੰਕਾਰ ਔਰ ਆ ਦੁਨੀਆ ਦੀ ਜਿਹੜੀ ਪਕੜੇ ਵੀ ਪੈਦਾ ਨਹੀਂ ਹੋਣੀ ਹੈ। ਸੁਨ ਇਬ ਬਚ ਜੋ ਕਹੀ ਜਗਨਾਥਾ। ਜੋ ਵੀ ਜਗਤ ਦੇ ਮਾਲਕ ਨਰ ਸਿੰਘ ਨੇ ਇਹੋ ਜਿਹੇ ਬਚਨ ਕੀਤੇ ਸੀ ਭਗਤ ਪ੍ਰਹਿਲਾਦ ਜੀ ਦੇ ਨਾਲ। ਬੋਲਿਓ ਮੈਂ ਨਾਈ ਪਗ ਮਥਾ। ਭਗਤ ਪ੍ਰਹਿਲਾਦ ਜੀ ਇਹ ਬੇਨਤੀ ਭਾਈ ਵਾਲਾ ਜੀ ਦੇ ਪਾਸ ਆਪਣੇ ਵੱਲੋਂ ਦੋਵੇਂ ਹੱਥ ਜੋੜ ਕੇ ਕਰਦੇ ਨੇ ਵੀ ਮੈਂ ਤਾਂ ਫਿਰ ਉਸੇ ਵਕਤ ਭਗਵਾਨ ਜੀ ਦੇ ਚਰਨਾਂ ਤੇ ਆਪਣਾ ਸੀਸ ਹੀ ਝੁਕਾ ਦਿੱਤਾ ਹੈ। ਮਮ ਪਿਤ ਅਤਿਸ਼ੈ ਅਗੀ ਮਲੀਨਾ। ਫਿਰ ਬੇਨਤੀਆਂ ਕਰਨ ਲੱਗ ਪਏ ਭਗਤ ਪ੍ਰਹਿਲਾਦ ਜੀ ਸੱਚਾ ਪਾਤਸ਼ਾਹ ਗਰੀਬ ਨਵਾਜ ਵੀ ਜਿਹੜਾ ਮੇਰਾ ਪਿਤਾ ਹੈ ਨਾ ਪਰ ਨਾਕਸ਼ ਕਰਕੇ ਇਹ ਬੜਾ ਪਾਪੀ ਹੈ, ਬੜਾ ਦੁਸ਼ਟ ਹੈ, ਬੜਾ ਜ਼ਾਲਮ ਹੈ। ਇਹਨੇ ਤਾਂ ਜਿਹੜੇ ਵਿਚਾਰੇ ਗਰੀਬ ਗੁਰਬੇ ਭੋਲੇ ਪਾਲੇ ਪ੍ਰਜਾ ਦੇ ਲੋਕ ਉਹਨਾਂ ਨੂੰ ਵੀ ਹੱਦਾਂ ਤੋਂ ਵੱਧ ਬੜਾ ਤੰਗ ਕੀਤਾ ਹੋਇਆ ਸੀ। ਨਿੰਦਕ ਹੋਈ ਦਰੋਹ ਤੁਮ ਕੀਨਾ। ਬਹੁਤ ਵੱਡਾ ਨਿੰਦਕ ਦੋਟ ਬਣ ਕੇ ਆਪ ਦੇ ਨਾਲ ਹੀ ਉਹਨੇ ਕਿਤਨਾ ਵੱਡਾ ਬੈਰ ਬੰਨ ਲਿਆ ਹੈ। ਦੀਨ ਦਿਆਲ ਇਸ ਕੀ ਗਤ ਕੀਜੈ। ਇਹ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਭਗਵਾਨ ਇਹਦੀ ਹੁਣ ਆਪਣੇ ਮੁਕਤੀ ਜ਼ਰੂਰ ਕਰ ਦੇਣੀ ਹੈ। ਭਾਵੇਂ ਉਹਨੇ ਤਾਂ ਆਪ ਦੇ ਨਾਲ ਮੁਕਾਬਲਾ ਕਰਨ ਦੇ ਲਈ ਕਿਤਨੀ ਵੱਡੀ ਜਿਹੜੀ ਹੈ ਗਦਾ ਆਪਣੇ ਹੱਥ ਦੇ ਵਿੱਚ ਧਾਰਨ ਕਰ ਲਈ ਸੀ। ਸਭ ਅਪਰਾਧ ਬਖਸ਼ ਕਰ ਦੀਜੈ। ਭਗਤ ਪ੍ਰਹਿਲਾਦ ਜੀ ਆਪਣੇ ਪਿਤਾ ਦੇ ਨਾਲ
ਵੱਡੇ ਵੱਡੇ ਗੁਨਾਹ ਪਾਪ ਔਰ ਅਪਰਾਧ ਉਹਨਾਂ ਨੂੰ ਬਖਸ਼ਾਉਣ ਦੇ ਲਈ ਭਗਵਾਨ ਜੀ ਦੇ ਅੱਗੇ ਬੜੀਆਂ ਮਿੰਨਤਾਂ ਤਰਲੇ ਕਰਨ ਲੱਗ ਪਏ ਸਨ। ਤੁਮ ਗੱਲ ਇਤਨੀ ਹੈ, ਉਸ ਸਮੇਂ ਹਰਨਾਕਸ਼ ਕਹਿਣ ਲੱਗਿਆ ਵੀ ਮੈਂ ਆਪ ਹੁਣ ਰੱਬ ਬਣ ਗਿਆ, ਸਾਰਿਆਂ ਨੇ ਸਦਾ ਦੇ ਲਈ ਮੇਰੀ ਪੂਜਾ ਕਰਦੇ ਰਹਿਣਾ ਹੈ। ਤੁਮ ਸੋ ਕੀਨ ਵਿਰੋਧ ਮਲੀਨੇ। ਮੈਲੇ ਮਰਨ ਵਾਲੇ ਨੇ ਕਿਤਨਾ ਆਪ ਦੇ ਨਾਲ ਉਹਨੇ ਮਨ ਦੇ ਵਿੱਚ ਨਾ ਬੈਰ ਵਿਰੋਧ ਧਾਰਨ ਕੀਤਾ ਹੋਇਆ ਸੀ। ਵੱਡੇ ਵੱਡੇ ਧਾਰਮਿਕ ਸਥਾਨਾਂ ਤੋਂ ਅਵਤਾਰਾਂ ਦੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਚੁਕਾਤੀਆਂ। ਕਹਿਣ ਲੱਗਾ ਕਿਸੇ ਨੂੰ ਉੱਥੇ ਆ ਕੇ ਮੱਥਾ ਨਹੀਂ ਟੇਕਣਾ, ਨਾ ਕਿਸੇ ਦੇਵੀ ਦੇਵਤੇ ਦੀ ਕਰਨੀ ਹੈ ਪੂਜਾ। ਮੈਂ ਰੱਬ ਬਣ ਗਿਆ, ਮੈਂ ਮਰਨਾ ਤਾਂ ਹੀ ਨਹੀਂ ਨਾ। ਵਰਦਾਨ ਲੈ ਲੈ ਬੜੇ ਬਰਮਾ ਜੀ ਦੇ ਕੋਲੋਂ ਇਤਨਾ ਮਾਨ ਅਹੰਕਾਰ ਉਹਦੇ ਮਨ ਦੇ ਵਿੱਚ ਪੈਦਾ ਹੋ ਗਿਆ ਹੈ। ਕਹੇ ਕੋ ਬਚਨ ਕੋਟਿਲ ਮਤ ਹੀਨੇ। ਉਸ ਮਤਹੀਣੇ ਨੇ ਬੜੇ ਆਪ ਨੂੰ ਐਸੇ ਕੌੜੇ ਫਿੱਕੇ ਬਚਨ ਲਈ ਸਾਰਿਆਂ ਦੇ ਸਾਹਮਣੇ ਬੋਲੇ ਸਨ। ਸਭ ਔਗਣ ਮੈਂ ਪੂਰਨ ਪਾਪੀ। ਭਗਤ ਪ੍ਰਹਿਲਾਦ ਜੀ ਨਾਰ ਸਿੰਘ ਦੇ ਅੱਗੇ ਔਰ ਜੋਈਆਂ ਕਰਦੇ ਨੇ, ਸੱਚੇ ਪਾਤਸ਼ਾਹ ਗਰੀਬਾਂ ਨਵਾਜੋ ਤਾਂ ਬਸ ਪੈਰ ਦੇ ਅੰਗੂਠੇ ਤੋਂ ਲੈ ਕਰਕੇ ਨਾ ਸਿਰ ਦੀ ਚੋਟੀ ਤੱਕ ਬਸ ਪਾਪਾਂ ਦੇ ਨਾਲ ਹੀ ਭਰਿਆ ਹੋਇਆ ਸੀ। ਬਿਨਾ ਕਾਜ ਜਗ ਜੀਵ ਸੰਤਾਪੀ। ਬਿਨਾਂ ਕਾਜ ਬਿਨਾਂ ਹੀ ਲੈਣ ਦੇਣ ਤੋਂ ਉਹਨੇ ਆ ਜਿਹੜੇ ਵਿਚਾਰੇ ਗਰੀਬ ਜਨਤਾ ਬੜੇ ਜੀਵ ਜੰਤੂ ਚਾਰੇ ਖਾਣੀਆਂ ਪੈਦਾ ਹੋਣ ਵਾਲੇ ਉਹਨਾਂ ਨੂੰ ਬੜੇ ਆਪਣੇ ਵੱਲੋਂ ਤਸੀਹੇ ਦਿੱਤੇ ਸਨ। ਤੁਮਰੋ ਜਗ ਮੈਂ ਬਿਰਧ ਸੁਹਾਵਨ। ਪਰ ਆਪ ਦਾ ਇਹ ਬਿਰਧ ਸੁਭਾਅ ਅਨਾਦਿ ਕਾਲ ਤੋਂ ਚਲਿਆ ਆਉਂਦਾ ਹੈ। ਦੀਨ ਨਿਵਾਜ ਪਤਤ ਕੇ ਪਾਵਨ। ਆਪ ਨੂੰ ਐਸੇ ਕਰਕੇ ਦੁਨਿਆਵੀ ਲੋਕ ਕੀ ਕਹਿੰਦੇ ਨੇ ਵੀ ਭਗਵਾਨ ਵਾਹਿਗੁਰੂ ਪਰਮਾਤਮਾ ਗਰੀਬ ਨਿਵਾਜ ਗਸਈਆ ਮੇਰਾ ਮਤ ਹੈ। ਛਤਰ ਧਰੇ ਆਪ ਨੇ ਮਾਣਿਆਂ ਨੂੰ ਨੇ ਤਾਣਿਆਂ ਨੂੰ ਔਰ ਨਿਰਵਲਿਆਂ ਨੂੰ ਸਦਾਵਾਤੇ ਪਹਿਲਾਂ ਤੋਂ ਹੀ ਗਲ ਨਾਲ ਲਗਾਉਂਦੇ ਆਏ ਹੋ। ਗਰੀਬਾਂ ਨੂੰ ਆਪ ਨੇ ਸਦਾਵਾਤੇ ਨਵਾਜਣਾ ਕੀਤਾ ਹੈ। ਛਿਮਾ ਧਾਰ ਦੀਜੈ ਤਿਹ ਮੋਖਾ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਨਰ ਸਿੰਘ ਦੇ ਅੱਗੇ ਬੇਨਤੀ ਕਰਦੇ ਹੋਇਆ, ਸੱਚੇ ਪਾਤਸ਼ਾਹ ਇਸ ਪਾਪੀ ਦਾ ਇਸ ਜ਼ਾਲਮ ਦਾ ਉਧਾਰ ਵੀ ਆਪ ਨੇ ਹੀ ਕਰਨਾ ਹੈ। ਏਕ ਨਾ ਗੁਨੀਏ ਮਨ ਮੈਂ ਦੋਖਾ। ਜੋ ਵੀ ਉਹਨੇ ਦੋਸ਼ ਕਿਤਨਾ ਆਪ ਦੇ ਨਾਲ ਉਹਨੇ ਦਿਲ ਦੇ ਅੰਦਰ ਇਹੋ ਜਿਹਾ ਇੱਕ ਬੈਰ ਬਣਿਆ ਹੋਇਆ ਸੀ। ਜੇ ਨਾ ਕੋਈ ਬੇਸ਼ੋਨਾ ਭਗਵਾਨ ਦੀ ਭਗਤੀ ਕਰਨ ਲੱਗ ਜਾਂਦਾ, ਉਸ ਨੂੰ ਫਿਰ ਹਰਨਾਕਸ਼ ਨੇ ਬੜਾ ਤੰਗ ਕਰਨਾ, ਬੜੇ ਤਸੀਹੇ ਦੇਣੇ। ਇਹੋ ਜਿਹਾ ਕਠੋਰ ਸੁਭਾਅ ਨੇ ਧਾਰਨ ਕੀਤਾ ਹੋਇਆ ਸੀ। ਜਿਹ ਸ਼੍ਰੀ ਨਰ ਸਿੰਘ ਕਿਰਪਾ ਰਸ ਪੀਨੇ। ਭਗਤ ਪ੍ਰਹਿਲਾਦ ਦੀਆਂ ਬੇਨਤੀਆਂ ਔਰ ਰਜੋਈਆਂ ਸੁਣ ਕੇ ਉਸ ਸਮੇਂ ਨਰ ਸਿੰਘ ਦੇ ਮਨ ਦੇ ਵਿੱਚ ਵੀ ਨਾ ਬੜਾ ਤਰਸ, ਇੱਕ ਤਰ੍ਹਾਂ ਦਾ ਰਹਿਮ ਪੈਦਾ ਹੋ ਗਿਆ ਹੈ। ਬੋਲੇ ਬਿਗਸਤ ਬਚਨ ਪਰ ਬੀਨੇ। ਭਗਵਾਨ ਵਿਸ਼ਨੂੰ ਹੀ ਨੇ ਆਪਣੇ ਆਪ ਨੂੰ ਨਰਸਿੰਘ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਹੋਇਆ ਨਾ, ਬੜੇ ਪ੍ਰਸੰਨ ਹੋ ਕਰਕੇ ਫਿਰ ਆਪਣੇ ਪਿਆਰੇ ਭਗਤ ਨੂੰ ਕਹਿਣ ਲੱਗੇ ਸਨ, ਜੇ ਕੁਲ ਜਨਮਿਓ ਤੂੰ ਮਮ ਦਾਸਾ। ਇਹ ਭਗਤ ਪ੍ਰਹਿਲਾਦ ਵੀ ਜਿਹੜੀ ਕੋਲਾ ਦੇ ਵਿੱਚ ਜਿਹੜੀ ਬੰਦ ਦੇ ਵਿੱਚ ਨਾ ਮੇਰੇ ਚਰਨਾਂ ਦੇ ਸੇਵਕ ਦਾਸੇ ਜਿਹੜਾ ਮਨੁੱਖਾ ਜਨਮ ਧਾਰਨ ਕਰਦੇ ਨੇ, ਕਬੀਰ ਸੋਈ ਕੁਲ ਭਲੀ
ਜਾ ਕੋਲ ਹਰ ਕੋ ਦਾਸ, ਵੀ ਜਿਹੜੀ ਕੁਲ ਜਿਹੜੀ ਬਾਂਹ ਦੇ ਵਿੱਚ ਹਰੀ ਦਾ ਪਿਆਰਾ ਕੋਈ ਵੀ ਪੈਦਾ ਹੋ ਗਿਆ ਨਾ, ਕਬੀਰ ਸੋਈ ਕੁਲ ਵਾਲੀ ਜਾ ਕੋਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਜਿਹੜੇ ਪਰਿਵਾਰ ਦੇ ਵਿੱਚ ਕੋਈ ਐਸਾ ਪਰਮਾਤਮਾ ਦਾ ਪਿਆਰਾ ਭਗਤ ਪੈਦਾ ਹੋਈ ਨਹੀਂ ਕਦੇ ਵੀ, ਸੋ ਕੁਲ ਢਾਕ ਪਲਾਸ, ਉਹ ਕੁਲਾਂ ਟੱਕਾ ਪਲਾਂ ਦੇ ਸਮਾਨ ਹੈ ਵੀ ਬਸ ਇੱਕ ਵਿਅਰਥ ਹੋਇਆ ਕਰਦੀਆਂ ਹਨ। ਭਗਤ ਕੀਨ ਦ੍ਰਿੜ ਲਖਿਓ ਨਾ ਤਰਾਸਾ। ਉਹ ਸਮੇਂ ਨਰਸਿੰਹ ਕਹਿ ਲਗੇ ਭਗਤ ਪਹਿਲਾ ਜੀ, ਵੀ ਤੈਂ ਤਾਂ ਮੇਰੀ ਇਹੋ ਜੀ ਪ੍ਰੇਮਾ ਭਗਤੀ ਕੀਤੀ ਹੈ ਨਾ, ਕੋਈ ਵੀ ਮਾਰਨ ਤੋਂ ਤੈ ਮਨ ਦੇ ਵਿੱਚ ਡਰ ਨਹੀਂ ਧਾਰਨ ਕੀਤਾ, ਵੀ ਡਰਦਿਆਂ ਹੋਇਆ ਤੋ ਰਾਮ ਕਹਿਣ ਕੀ ਛੋੜਵਾਨ, ਤੋ ਅਜ ਤੁਰਤ ਛਡਾਊ ਮੇਰੋ ਕਹਿਓ ਮਾਨ। ਭਗਤ ਪਹਿਲਾ ਦੀ ਮਾਤਾ ਕਿਆਦੂ ਕਹਿਣ ਲਗੇ ਪੁੱਤਰ, ਤੋ ਰਾਮ ਕਹਿਣ ਕੀ ਛੋੜਵਾਨ। ਰਾਮ ਰਾਮ ਜਪਣ ਦੀ ਨਾ ਜਿਹੜੀ ਤੈਂ ਬੜੀ ਪੱਕੀ ਬਾਣ ਆਦਤ ਧਾਰਨ ਕਰ ਲਈ ਐਵੇਂ, ਤੋਜ ਤੁਰਤ ਛਡਾਊ ਮੇਰੋ ਕਹਿਓਨ, ਛੱਡ ਦੇ ਰਾਮ ਰਾਮ ਜਪਣਾ, ਤੇਰਾ ਮੈਂ ਹੁਣੇ ਹੀ ਛਟਕਾਰਾ ਕਰਾ ਦਿਆਂਗੀ। ਪਰ ਕੈਸਾ ਦ੍ਰਿੜ ਵਿਸ਼ਵਾਸ। ਭਗਤ ਪ੍ਰਹਿਲਾਦ ਜੀ ਨੇ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਸੀ, ਨਹੀਂ ਛੋੜੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਓ ਨਾਈ ਕਾਮ। ਜਲ ਅਗਨੀ ਵਿੱਚ ਘੱਤਿਆ ਜਲ ਨ ਡੁੱਬੈ ਗੁਰ ਪ੍ਰਸਾਦ, ਗੱਲ ਇਤਨੀ ਹੈ। ਔਰ ਨਾਕਸ਼ ਕਹਿਣ ਲੱਗਿਆ ਵੀ ਮੇਰਾ ਨਾਮ ਜਪ। ਭਗਤ ਪਹਿਲਾ ਜੀ ਕਹਿਣ ਲੱਗੇ ਪਿਤਾ ਜੀ ਸੇਵਾ ਕਰਾ ਲਓ ਜਿਹੜੀ ਕਰਾਉਣੀ ਹੈ, ਪਰ ਇਹ ਜਿਹੜਾ ਰਾਮ ਰਾਮ ਇਹ ਤਾਂ ਮੇਰੇ ਰੋਮ ਰੋਮ ਦੇ ਵਿੱਚ ਰੱਜ ਗਿਆ, ਇਹਨੂੰ ਮੈਂ ਕਦੇ ਵੀ ਨਹੀਂ ਛੱਡ ਸਕਦਾ। ਆਖਾ ਜੀਵਾ ਬਿਸਰੈ ਮਰ ਜਾਓ, ਆਖਣ ਔਖਾ ਸੋਚਾ ਨਾਉ। ਗੁਰੂ ਬਾਬਾ ਜੀ ਨੇ ਵੀ ਮਾਤਾ ਤ੍ਰਿਪਤਾ ਜੀ ਦੇ ਨਾਲ ਐਸੇ ਬਚਨ ਕੀਤੇ ਸਨ। ਕੋ ਸੰਦੀਹੀ ਤਿਹ ਪਿਤ ਗਤ ਕਾਰੀ। ਉਹ ਸਮੇਂ ਨਰ ਸਿੰਘ ਕਹਿ ਲਗੇ ਇਹ ਭਗਤ ਪ੍ਰਹਿਲਾਦ, ਵੀ ਜਿਹੜੀ ਕੁਲ ਦੇ ਵਿੱਚ ਵਨ ਦੇ ਵਿੱਚ ਤੂੰ ਪੈਦਾ ਹੋ ਗਿਆ, ਜਨਮ ਧਾਰਨ ਕੀਤਾ, ਉਹਦੇ ਪਿਤਾ ਦੀ ਕਲਿਆਣ, ਉਹਦੇ ਪਿਤਾ ਦਾ ਉਧਾਰ ਕਿਉਂ ਨਹੀਂ ਹੋਵੇਗਾ? ਇਹ ਤਾਂ ਕੋਈ ਸੰਸ਼ੈ ਵਾਲੀ ਗੱਲ ਨਹੀਂ ਹੈ। ਜਗ ਸਾਗਰ ਕੁਲ 21 ਤਾਰੀ। ਭਗਤ जना के 21 ਕੁਲ ਉਧਾਰੇ, ਤੇਰੇ ਜੈਸੇ ਸਤ ਪੁਰਸ਼ਾਂ ਦੀਆਂ ਔਰ ਪਰਮਾਤਮਾ ਦੇ ਭਗਤਾਂ ਦੀਆਂ ਨਾ ਦਾ ਸੰਸਾਰ ਸਾਗਰ ਦੇ ਵਿੱਚੋਂ ਜਿਹੜੀਆਂ 21 ਕੋਲਾ ਆਪਣੇ ਆਪ ਹੀ ਤਰ ਜਾਣੀਆਂ ਹਨ। ਅਸ ਕਹਿ ਦੀਨ ਰਾਜ ਅਭਿਖੇਕਾ। ਇਉਂ ਬਚਨ ਕਰਦਿਆਂ ਹੋਇਆਂ ਵਿਸ਼ਨੂੰ ਭਗਵਾਨ ਜੀ ਆਪ ਹੀ ਨਰਸਿੰਹ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਸੀ। ਇਹਨੂੰ ਸਿੰਘਾਸਣ ਤੇ ਬਿਠਾ ਕੇ ਫਿਰ ਮੱਥੇ ਦੇ ਉੱਪਰ ਰਾਜ ਭਾਗ ਦਾ ਜਿਹੜਾ ਤਿਲਕ ਕਰ ਦਿੱਤਾ ਹੈ। ਕਿਰਪਾ ਧਾਰ ਮੁਝ ਸਹਿਤ ਬਿਬੇਕਾ। ਭਗਤ ਪ੍ਰਹਿਲਾਦ ਜੀ ਆਪਣੀ ਸਾਰੀ ਵਾਰਤਾ ਸੁਣਾਉਂਦੇ ਹੋਇਆ ਗੁਰੂ ਬਾਬਾ ਜੀ ਦੇ ਅੱਗੇ ਬੇਨਤੀ ਕਰਦੇ ਨੇ ਵੀ ਉਸ ਸਮੇਂ ਮੱਥੇ ਦੇ ਉੱਪਰ ਤਿਲਕ ਕਾਹਦਾ ਲਾਇਆ? ਵੀ ਮੈਨੂੰ ਤਾਂ ਵਾਹਿਗੁਰੂ ਨੇ ਭਗਵਾਨ ਨੇ ਨਾਲ ਦੀ ਨਾਲ ਹੀ ਵਿਵੇਕ ਵੀ ਦੋ ਤੋਂ ਇੱਕ ਹੋ ਜਾਣਾ, ਮੈਨੂੰ ਗਿਆਨ ਦੀ ਦਾਤ ਵੀ ਬਖਸ਼ਾ ਦਿੱਤੀ ਹੈ। ਬਹੁਰੋ ਸ਼੍ਰੀ ਨਰ ਸਿੰਘ ਮਹਾਨਾ। ਉਹ ਤੋਂ ਬਾਅਦ ਜੋ ਵਿਸ਼ਨੂੰ ਭਗਵਾਨ ਜੀ ਨੇ ਹੀ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਦੇ ਲਈ ਆਪਣਾ ਇੱਕ ਨਰ ਸਿੰਘ ਦਾ ਜਿਹੜਾ ਰੂਪ ਧਾਰਨ ਕੀਤਾ ਹੋਇਆ। ਸਭ ਦੇਖਤ ਭੀ ਅੰਤਰ ਧਿਆਨਾ। ਸਾਰੇ ਵੱਡੇ ਵੱਡੇ ਦੇਵੀ
ਦੇਵਤਿਆਂ ਸਿੱਧਾਂ ਔਰ ਜਿਹੜੇ ਨੇ ਪਿਤਰ ਰਖ ਦੇਦਿਆਂ ਨਰਸਿੰਘ ਉਸੇ ਥਾਤੀ ਅਲੋਪ ਹੋ ਗਏ ਸਨ। ਸੋ ਪ੍ਰਭ ਅਬ ਕਲ ਕਾਲ ਮਝਾਰਾ। ਵੀ ਉਹੀ ਨਿਰਗੁਣ ਪਰਮਾਤਮਾ ਨੇ ਨਾ ਇਹ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਜੀਵਾਂ ਦੇ ਭਲੇ ਵਾਸਤੇ ਅਵਤਾਰ ਧਾਰਨ ਕੀਤਾ ਹੋਇਆ ਹੈ। ਭਗਤ ਸਰੂਪ ਧਰਿਓ ਅਵਤਾਰਾ। ਸੱਚੇ ਪਾਤਸ਼ਾਹ ਆਪ ਨੇ ਹੀ ਆ ਦੁਨੀਆ ਦੇ ਵਿੱਚ ਇੱਕ ਮਾਨੋ ਜਿਹੜਾ ਪ੍ਰੇਮ ਭਗਤੀ ਦਾ ਰੂਪ ਧਾਰਨ ਕੀਤਾ ਹੈ। ਨਰ ਮਲੀਨ ਅਗ ਪੀਨ ਨਿਹਾਰੀ। ਲੈ ਲਿਆ ਵੀ ਕਲਯੁਗ ਦੇ ਟਾਈਮ ਦੇ ਵਿੱਚ ਇਹਨਾਂ ਪ੍ਰਾਣੀਆਂ ਦੇ ਮਨ ਮੈਲੇ, ਸਰੀਰ ਨਕਦੇ, ਦਿਮਾਗ ਬੜੇ ਕਮਜ਼ੋਰ, ਇਹਨਾਂ ਦੇ ਕੋਲੋਂ ਜਿਹੜੇ ਪੁਰਾਣਾ ਜਾਮ ਹਟ ਜੋਗੇ ਉਹ ਜੇ ਸਾਧਨ ਤਾਂ ਨਹੀਂ ਹੋ ਸਕਣੇ। ਸਾਰਿਆਂ ਨਾਲੋਂ ਸੌਖਾ ਜਿਹੜਾ ਸਾਧਨ ਪਰਮਾਤਮਾ ਦਾ ਸਿਮਰਨ, ਉਹਦਾ ਹੀ ਗੁਰੂ ਬਾਬਾ ਜੀ ਨੇ ਸੱਤਾ ਦੀਪਾਂ ਦੇ ਵਿੱਚ ਫਿਰ ਕਰਕੇ ਥਾਂ ਥਾਂ 'ਤੇ ਉਪਦੇਸ਼ ਬਖਸ਼ਿਆ ਸੀ। ਹੁਣ ਜਿਸ ਪ੍ਰਕਾਰ ਭਗਤ ਪ੍ਰਹਿਲਾਦ ਜੀ ਨੇ ਹੋਰ ਵੀ ਬੜੇ ਬਚਨ ਸੁਣਾਉਣੇ ਨੇ ਆਪਣੇ ਵੱਲੋਂ, ਉਸ ਪ੍ਰਸੰਗੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਨਰ ਮਲੀਨ ਅਗ ਪੀਨ ਨਿਹਾਰੀ। ਤਿਨ ਹੈ ਬਤਾਵਨ ਪੰਥ ਸੁਖਾਰੀ। ਨਰ ਮਲੀਨ ਅਗ ਪੀਨ ਨਿਹਾਰੀ। ਤਿਨ ਹੈ ਬਤਾਵਨ ਪੰਥ ਸੁਖਾਰੀ। ਏ ਚੌਥੇ ਪਾਰ ਬ੍ਰਹਮ ਅਬਨਾਸੀ ਅਵਨਾਸੀ ਅਗਨਾਸ।